ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਿਤੇ ਇਹ ਲਿਖਿਆ ਪੜ੍ਹਿਆ ਆ? ਦੀਵਾਰਾਂ ਵਿੱਚ ਚਿਣੇ ਗਏ। ਯਾਦ ਕਰੋ, ਯਾਦ ਕਰੋ ਧਿਆਨ ਦੇ ਨਾਲ। ਤੁਸੀਂ ਕਿਤੇ ਵੀ ਲਿਖਿਆ ਹੋਵੇ, ਇਹ ਪੜ੍ਹਿਆ ਹੋਵੇ, ਦੀਵਾਰਾਂ ਵਿੱਚ ਚਿਣੇ ਗਏ। ਕਿੱਥੇ ਲਿਖਿਆ ਹੋਇਆ? ਕਿੱਥੇ ਲਿਖਿਆ ਹੋਇਆ ਇਹ ਸ਼ਬਦ? ਇਹ ਲਿਖਿਆ ਹੋਇਆ ਫਤਿਹਗੜ੍ਹ ਸਾਹਿਬ। ਜਦੋਂ ਆਪਾਂ ਜਾਂਦੇ ਹਾਂ, ਉੱਥੇ ਕੀ ਲਿਖਿਆ ਹੋਇਆ? ਉੱਥੇ ਲਿਖਿਆ ਹੋਇਆ, ਇਸ ਅਸਥਾਨ ਤੇ 22 ਦਸੰਬਰ 1704 ਵਾਲੇ ਦਿਨ ਦੀਵਾਰਾਂ ਵਿੱਚ ਚਿਣ ਕੇ 7 ਸਾਲ ਦੇ ਅਤੇ 9 ਸਾਲ ਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। ਜਿਹੜਾ ਤੁਸੀਂ ਪੜ੍ਹਦੇ ਹੋ ਇਹ ਲਿਖਿਆ ਹੋਇਆ ਦੀਵਾਰਾਂ ਵਿੱਚ ਚਿਣ ਕੇ, ਇਹ ਤੁਹਾਡਾ ਅੰਦਰ ਨਹੀਂ ਹਿਲਾਉਂਦਾ? ਇਹ ਤੁਹਾਨੂੰ ਕੁਛ ਹਿਲਾ ਨਹੀਂ ਦਿੰਦਾ ਸ਼ਬਦ ਇਹ ਦੀਵਾਰਾਂ ਵਿੱਚ ਚਿਣ ਕੇ? ਉਹ ਤੋਂ ਬਾਅਦ ਕੀ ਲਿਖਿਆ ਹੋਇਆ? 7 ਸਾਲ ਤੇ 9 ਸਾਲ ਦੇ। ਤੁਸੀਂ ਇਨਸਾਨ ਹੋ, ਤੁਹਾਨੂੰ ਦੁੱਖ ਮਹਿਸੂਸ ਹੁੰਦੇ ਨੇ ਨਾ। ਇੱਕ ਛੋਟਾ ਜਿਹਾ ਬੱਚਾ ਪਿੱਛੇ ਜੇ ਗਿਰ ਗਿਆ ਸੀਗਾ ਬੋਰਵੈਲ ਦੇ ਵਿੱਚ, ਫਤਿਹਵੀਰ ਸਿੰਘ। ਸਾਰਿਆਂ ਨੂੰ ਬਹੁਤ ਦਰਦ ਹੋਇਆ, ਬਹੁਤ ਦੁਖਦਾਈ ਘਟਨਾ ਸੀਗੀ ਉਹ। ਇੰਟਰਨੈਟ ਦੇ ਉੱਤੇ, ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਬਹੁਤ ਬੱਚਿਆਂ ਦੀਆਂ ਕਈ ਵਾਰ ਫੋਟੋਜ਼ ਆਉਂਦੀਆਂ ਨੇ, ਵੀਡੀਓਜ਼ ਆਉਂਦੀਆਂ ਨੇ। ਕੋਈ ਗਰੀਬ, ਕਿਸੇ ਨੂੰ ਦੁੱਖ ਦਰਦ ਆਪਾਂ ਸ਼ੇਅਰ ਕਰਦੇ ਹਾਂ। ਜਦੋਂ ਦਾ ਵੈਸੇ ਇਹ ਸੋਸ਼ਲ ਮੀਡੀਆ ਚੱਲਿਆ ਆ, ਪਤਾ ਲੱਗ ਰਿਹਾ ਵੀ ਲੋਕਾਂ ਨੂੰ ਕਿੰਨਾ ਦਰਦ ਆ। ਕਿਸੇ ਜਾਨਵਰਾਂ ਦੇ ਉੱਤੇ ਕੋਈ ਅਤਿਆਚਾਰ ਕਰਦਾ ਆ ਤਾਂ ਵੀ ਆਪਾਂ ਦੁੱਖ ਮਹਿਸੂਸ ਕਰਦੇ ਹਾਂ। ਸਾਰਾ ਕੁਝ ਕਰਦੇ ਹਾਂ ਆਪਾਂ, ਸਾਰੀ ਦੁਨੀਆ ਦੇ ਦੁੱਖ ਮਹਿਸੂਸ ਹੁੰਦੇ ਨੇ ਆਪਾਂ ਨੂੰ। ਪੰਜਾਬ ਦੇ ਵਿੱਚ ਐਂ ਹੋ ਰਿਹਾ, ਵਰਲਡ ਦੇ ਵਿੱਚ ਐਂ ਹੋ ਰਿਹਾ, ਪੂਰੀ ਦੁਨੀਆ ਦੇ ਦੁੱਖ ਮਹਿਸੂਸ ਕਰਦੇ ਹਾਂ। ਪਰ ਤੁਹਾਨੂੰ ਸਾਹਿਬਜ਼ਾਦੇ ਛੋਟੇ ਸ਼ਹੀਦ ਹੁੰਦੇ ਨਹੀਂ ਦਿਖਦੇ ਹੈਗੇ? ਪਰ ਤੁਹਾਨੂੰ ਇਹ ਕਿਉਂ ਨਹੀਂ ਮਹਿਸੂਸ ਹੁੰਦਾ ਦੀਵਾਰਾਂ ਵਿੱਚ ਚਿਣੇ ਗਏ? ਦੀਵਾਰਾਂ ਵਿੱਚ ਚਿਣੇ ਗਏ। ਜਾਂ ਉੱਥੋਂ ਐਵੇਂ ਲੰਘ ਜਾਂਦੇ ਹੋ ਅੱਗੇ। ਸ਼ਹੀਦੀ ਦਿਹਾੜਿਆਂ ਦੇ ਉੱਤੇ ਬਹੁਤ ਸਿੰਗਰਾਂ ਨੇ ਗੀਤ ਗਾਏ, ਤੁਹਾਡੇ ਕੰਨਾਂ ਵਿੱਚ ਪਏ। ਸ਼ਹੀਦੀ ਦਿਹਾੜਿਆਂ ਉੱਤੇ ਬਹੁਤ ਕਥਾਵਾਚਕਾਂ ਨੇ ਕਥਾ ਕੀਤੀ, ਤੁਹਾਡੇ ਕੰਨਾਂ ਵਿੱਚ ਪਈ। ਸ਼ਹੀਦੀ ਦਿਹਾੜਿਆਂ ਉੱਤੇ ਬਹੁਤ ਲੋਕਾਂ ਨੇ ਲਿਟਰੇਚਰ ਲਿਖ ਲਿਖ ਕੇ ਵੰਡਿਆ, ਤੁਹਾਡੀਆਂ ਅੱਖਾਂ ਨੇ ਦੇਖਿਆ, ਪੜ੍ਹਿਆ, ਸੁਣਿਆ। ਤੁਹਾਨੂੰ ਇੰਨਾ ਪਤਾ ਔਰੰਗਜ਼ੇਬ ਦੀ ਮੌਤ ਕਿਵੇਂ ਹੋਈ ਸੀ? ਔਰੰਗਜ਼ੇਬ, ਕਿ ਨਹੀਂ ਪਤਾ ਔਰੰਗਜ਼ੇਬ ਕੌਣ ਆ? ਕਿ ਆਪਾਂ ਨੂੰ ਇਹੀ ਪਤਾ ਵੀ ਉੱਥੋਂ ਵੋਟਾਂ ਵਿੱਚ ਉਹਨੇ ਖੜਨਾ ਆ, ਜਾਂ ਉੱਥੋਂ ਟਿਕਟ ਉਹਨੂੰ ਮਿਲਣੀ ਆ, ਜਾਂ ਉਹ ਸਿੰਗਰ ਦੀ ਉਹਦੇ ਨਾਲ ਲੜਾਈ ਹੋਈ ਆ, ਜਾਂ ਐਵੇਂ? ਪਤਾ ਔਰੰਗਜ਼ੇਬ ਕੌਣ? ਔਰੰਗਜ਼ੇਬ ਦੀ ਮੌਤ ਕਿਵੇਂ ਹੋਈ ਸੀਗੀ? ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਜਿੱਤ ਦੀ ਚਿੱਠੀ, ਤੁਹਾਨੂੰ ਪਤਾ ਜਫਰਨਾਮਾ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ। ਇਤਿਹਾਸ, ਹਿਸਟਰੀ ਇਹ ਗੱਲ ਕਹਿੰਦੀ ਆ ਵੀ ਔਰੰਗਜ਼ੇਬ ਦੀ ਮੌਤ ਉਹ ਜਫਰਨਾਮਾ ਪੜ੍ਹ ਕੇ ਹੋ ਗਈ ਸੀਗੀ। ਜਫਰਨਾਮਾ ਪੜ੍ਹ ਕੇ ਹੋ ਗਈ ਸੀਗੀ। ਹੁਣ ਇਹ ਮਾੜਾ ਜਿਹਾ ਗੱਲ ਨੂੰ ਧਿਆਨ ਨਾਲ ਸੋਚਿਓ ਵੀ ਔਰੰਗਜ਼ੇਬ ਦੀ ਮੌਤ ਜਫਰਨਾਮਾ ਪੜ੍ਹ ਕੇ ਹੋ ਗਈ ਸੀ। ਜਫਰਨਾਮਾ ਲਿਖਿਆ ਕਿਹਨੇ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਜਫਰਨਾਮੇ ਦੇ ਵਿੱਚ ਗੁਰੂ ਸਾਹਿਬ ਨੇ ਸਾਰਾ ਕੁਝ ਜ਼ਿਕਰ ਕੀਤਾ, ਚਮਕੌਰ ਸਾਹਿਬ ਦੀ ਜੰਗ ਦਾ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ। ਔਰੰਗਜ਼ੇਬ ਨੂੰ ਇਹ ਵੀ ਦੱਸਿਆ ਵੀ ਤੇਰੇ ਨਾਮ ਦੇ ਅਰਥ ਕੀ ਨੇ, ਮੁਸਲਮਾਨ ਸੱਚਾ ਕੌਣ ਹੁੰਦਾ, ਪਰ ਤੂੰ ਕੰਮ ਕਿਹੋ ਜਿਹੇ ਕੀਤੇ ਨੇ, ਸਾਰਾ ਦੱਸਿਆ, ਸਾਰਾ ਦੱਸਿਆ। ਧਿਆਨ ਨਾਲ ਇਹ ਗੱਲ ਸਮਝਿਓ
ਮੇਰੀ ਵੀਡੀਓ ਦੇ ਵਿੱਚ ਕੋਈ ਵੱਡਾ ਮਿਊਜ਼ਿਕ ਨਹੀਂ ਲੱਗਿਆ ਹੋਇਆ, ਮੇਰੀ ਵੀਡੀਓ ਦੇ ਵਿੱਚ ਕੋਈ ਜ਼ਿਆਦਾ ਉਹ ਮੈਂ ਕੀਤਾ ਨਹੀਂ ਐਡੀਟਿੰਗ, ਜਿਵੇਂ ਅੱਜ ਕੱਲ੍ਹ ਚੱਲਦਾ ਨਾ, ਮਤਲਬ ਵੀ ਤਾਂ ਹੀ ਅਸੀਂ ਗੱਲ ਸੁਣਦੇ ਹਾਂ, ਸਾਨੂੰ ਨਹੀਂ ਇਹ ਕੁਛ ਆਉਂਦਾ। ਧਿਆਨ ਨਾਲ ਗੱਲ ਸਮਝੋ। ਔਰੰਗਜ਼ੇਬ ਨੇ ਉਹ ਚਿੱਠੀ ਪੜ੍ਹੀ, ਚਿੱਠੀ ਵਿੱਚ ਗੁਰੂ ਸਾਹਿਬ ਨੇ ਸਾਰਾ ਪੁਰਾਣਾ ਜ਼ਿਕਰ ਕੀਤਾ ਵੀ ਸ਼ਹੀਦੀਆਂ ਕੀ ਹੋਈਆਂ ਨੇ, ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦਾ ਜ਼ਿਕਰ ਕੀਤਾ। ਔਰੰਗਜ਼ੇਬ ਨੂੰ ਉਹਦੇ ਬਾਰੇ ਦੱਸਿਆ ਵੀ ਤੇਰੇ ਨਾਮ ਦੇ ਅਰਥ ਕੀ ਨੇ, ਮੁਸਲਮਾਨ ਸੱਚਾ ਕੌਣ ਹੁੰਦਾ, ਪਰ ਤੂੰ ਕੰਮ ਕੀ ਕੀਤੇ ਨੇ। ਤੇ ਹੁਣ ਦੇਖੋ ਇਤਿਹਾਸ ਇਹ ਗੱਲ ਕਹਿੰਦਾ ਵੀ ਔਰੰਗਜ਼ੇਬ ਦੀ ਮੌਤ ਉਹ ਚਿੱਠੀ ਪੜ੍ਹ ਕੇ ਹੋ ਗਈ ਸੀਗੀ। ਠੀਕ ਆ, ਮਤਲਬ ਮਹਾਰਾਜ ਨੇ ਦੱਸਿਆ ਸਾਰਾ ਕੁਛ। ਦੂਜੇ ਪਾਸੇ ਆਪਾਂ ਆ, ਆਪਾਂ ਕਿੰਨੇ ਸਾਲਾਂ ਦੇ ਜਾਂਦੇ ਹਾਂ ਚਮਕੌਰ ਸਾਹਿਬ, ਕਿੰਨੇ ਸਾਲਾਂ ਦੇ ਜਾਂਦੇ ਹਾਂ ਫਤਿਹਗੜ੍ਹ ਸਾਹਿਬ। ਆਪਾਂ ਨੂੰ ਹਿਸਟਰੀ ਬਾਰੇ ਵੀ ਪਤਾ ਆ, ਆਪਾਂ ਨੂੰ ਇਹ ਵੀ ਪਤਾ ਵੀ ਉਹ 7 ਸਾਲ ਦੇ 9 ਸਾਲ ਦੇ ਛੋਟੇ, ਵੈਸੇ ਤਾਂ ਦੁਨੀਆ ਦੇ ਸਭ ਤੋਂ ਵੱਡੇ ਬਾਬੇ ਨੇ ਉਹ, 7 ਸਾਲ ਦੇ 9 ਸਾਲ ਦੇ। ਅਸੀਂ ਲੈਕਚਰ ਜਿੰਨਾ ਮਰਜ਼ੀ ਕਰ ਸਕਦੇ ਹਾਂ, ਅਸੀਂ ਗਾਣੇ ਉਹਨਾਂ ਬਾਰੇ ਜਿੰਨੇ ਮਰਜ਼ੀ ਗਾ ਸਕਦੇ ਹਾਂ। ਤਰਸੇਮ ਜੱਸੜ ਉਹਨੇ ਦਾੜੀ ਰੱਖ ਲਈ, ਠੀਕ ਆ, ਬਹੁਤ ਵਧੀਆ ਗੱਲ ਆ। ਪਰ ਬਾਕੀ ਸਿੰਗਰ ਵੀ ਗੀਤ ਗਾਉਂਦੇ ਨੇ ਸਾਹਿਬਜ਼ਾਦਿਆਂ ਦੇ ਬਾਰੇ। ਜਿਹੜਾ ਕੋਈ ਬੰਦਾ ਗੀਤ ਗਾਉਂਦਾ ਹੋਊਗਾ ਸਾਹਿਬਜ਼ਾਦਿਆਂ ਬਾਰੇ, ਇਹਦਾ ਮਤਲਬ ਉਹ ਪਹਿਲਾਂ ਪੜ੍ਹਦਾ ਹੋਊਗਾ, ਉਹ ਪਹਿਲਾਂ ਕਈ ਵਾਰ ਉਹ ਚੀਜ਼ ਨੂੰ ਯਾਦ ਕਰਦਾ ਹੋਊਗਾ। ਪਰ ਉਹ ਚੀਜ਼ ਉਹਦੇ ਅੰਦਰ ਕਿਉਂ ਨਹੀਂ ਅਸਰ ਕਰਦੀ? ਕਿਉਂਕਿ ਦੇਖੋ, ਜਿਵੇਂ ਤਰਸੇਮ ਜੱਸੜ ਨੇ ਦਾੜੀ ਰੱਖੀ ਆ, ਬਾਕੀ ਸਿੰਗਰ ਕਿਉਂ ਨਹੀਂ ਆ ਰਹੇ ਸਿੱਖੀ ਵਾਲੇ ਪਾਸੇ? ਦੇਖੋ ਸਿੱਧੀ ਗੱਲ, ਕੀ ਪਤਾ, ਦੇਖੋ ਇਹ ਤਾਂ ਫਿਰ ਬਿਜ਼ਨਸ ਹੋ ਗਿਆ ਨਾ, ਵੀ ਜੇ ਜਿਹੜੀ ਸ਼ਹੀਦੀ ਹੋਈ ਆ ਛੋਟੇ ਸਾਹਿਬਜ਼ਾਦਿਆਂ ਦੀ, ਉਹ ਸ਼ਹੀਦੀ ਕਿਉਂ ਹੋਈ ਆ? ਹਰੇਕ ਸ਼ਹੀਦੀ ਪਿੱਛੇ ਇੱਕ ਰੀਜ਼ਨ ਹੁੰਦਾ ਸੀਗਾ, ਇੱਕ ਆਫਰ ਆਉਂਦੀ ਸੀਗੀ। ਆਫਰ ਕੀ ਸੀਗੀ? ਵੀ ਜਾਂ ਤਾਂ ਸਿੱਖੀ ਛੱਡ ਦਿਓ, ਜਾਂ ਮਰ ਜਾਓ, ਜਾਂ ਸ਼ਹੀਦ ਹੋ ਜਾਓ। ਜੇ ਉਹ ਸਿੱਖੀ ਛੱਡ ਦਿੰਦੇ, ਉਹ ਆਜ਼ਾਦ ਹੋ ਜਾਂਦੇ। ਇਹਦਾ ਮਤਲਬ ਕੀ? ਵੀ ਉਹਨਾਂ ਨੇ ਸਿੱਖੀ ਨਹੀਂ ਛੱਡੀ। ਇਹ ਤੁਹਾਨੂੰ ਪਤਾ, ਸਿੱਖੀ ਨਹੀਂ ਛੱਡੀ। ਠੀਕ ਆ, ਹੁਣ ਅਸੀਂ ਸਿੱਖੀ ਛੱਡ ਕੇ ਉਹਨਾਂ ਦੀ ਸਿਫਤ ਕਰਦੇ ਪਏ ਹਾਂ, ਅਸੀਂ ਸਿੱਖੀ ਛੱਡ ਕੇ ਉੱਥੇ ਜਾਂਦੇ ਹਾਂ, ਅਸੀਂ ਸਿੱਖੀ ਛੱਡ ਕੇ ਇਹ ਕਹਿ ਰਹੇ ਹਾਂ ਵੀ ਅਸੀਂ ਸਾਹਿਬਜ਼ਾਦਿਆਂ ਨੂੰ ਪਿਆਰ ਕਰਦੇ ਹਾਂ। ਫਿਰ ਤਾਂ ਅਸੀਂ ਡਰਾਮਾ ਕਰਦੇ ਹਾਂ ਨਾ। ਜਿਵੇਂ ਕੋਈ ਵੀ ਟੀਚਰ ਸਕੂਲ ਦੇ ਵਿੱਚ ਕੰਮ ਦੇਵੇ, ਬੱਚਾ ਕੰਮ ਕਰਕੇ ਜਾਵੇ ਨਾ, ਬੱਚਾ ਕੰਮ ਕਰਕੇ ਘਰੋਂ ਹੋਮਵਰਕ ਕਰਕੇ ਜਾਵੇ ਨਾ, ਫਿਰ ਬੱਚਾ ਕੀ ਕਰੂਗਾ? ਬੱਚਾ ਜਾਂ ਤਾਂ ਇਹ ਕਹੂਗਾ ਵੀ ਜਾਂ ਤਾਂ ਅੱਜ ਮੇਰਾ ਟੀਚਰ ਸਕੂਲ ਦੇ ਵਿੱਚ ਨਾ ਆਵੇ, ਜਾਂ ਮੈਨੂੰ ਛੁੱਟੀ ਕਰਾ ਦਿਓ, ਜਾਂ ਟੀਚਰ ਮੈਨੂੰ ਮਿਲੇ ਨਾ। ਠੀਕ ਆ, ਇਹੀ ਗੱਲਾਂ ਹੁੰਦੀਆਂ ਨੇ ਨਾ। ਡਰ ਹੁੰਦਾ ਕਿ ਵੀ ਟੀਚਰ ਮੂਹਰੇ ਜਾਈਏ ਕਿਵੇਂ। ਹੁਣ ਅਸੀਂ ਕਟਾਉਂਦੇ ਹਾਂ ਦਾੜੀਆਂ, ਅਸੀਂ ਕਟਾਉਂਦੇ ਹਾਂ ਸਿਰ ਦੇ ਕੇਸ, ਅਸੀਂ ਜਾਂਦੇ ਹਾਂ ਉਹਨਾਂ ਦੇ ਮੂਹਰੇ ਜਿਹੜੇ ਸ਼ਹੀਦ ਤਾਂ ਹੋ ਗਏ, ਜਿਹੜੇ ਮਰ ਤਾਂ ਗਏ, ਪਰ ਸਿੱਖੀ ਨਹੀਂ ਛੱਡੀ ਹੈਗੀ ਹੈ। ਔਰੰਗਜ਼ੇਬ ਦੀ ਮੌਤ ਜ਼ਫਰਨਾਮਾ ਪੜ੍ਹ ਕੇ ਹੋ ਗਈ ਸੀਗੀ, ਪਰ ਦੂਜੇ ਪਾਸੇ ਅਸੀਂ ਆ ਜਿਹੜੇ ਇੰਨੇ ਸਾਲਾਂ ਤੋਂ ਉਹ ਚੀਜ਼ਾਂ ਪੜ੍ਹਦੇ ਹਾਂ। ਸਰਹੰਦ ਦੀਆਂ ਨੀਹਾਂ, ਸਰਹੰਦ ਦੀ ਦੀਵਾਰ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ, ਪਰ ਅਸੀਂ ਅੰਦਰੋਂ ਹਜੇ ਤੱਕ ਨਹੀਂ ਹਿੱਲੇ ਹੈਗੇ। ਔਰੰਗਜ਼ੇਬ ਚਿੱਠੀ ਪੜ੍ਹ ਕੇ ਹਿੱਲ ਗਿਆ ਸੀਗਾ, ਡੈਥ ਹੋ ਗਈ ਸੀ ਉਹਦੀ। ਅਸੀਂ ਕਿੰਨੇ ਸਾਲਾਂ ਦੀਆਂ ਕਿੰਨੀਆਂ ਕਿਤਾਬਾਂ ਪੜ੍ਹਦੇ ਹਾਂ ਇਤਿਹਾਸ ਦੀਆਂ, ਕਿੰਨੇ ਕੰਨਾਂ 'ਚ ਆਪਣੇ ਸ਼ਬਦ ਪਏ ਨੇ ਵੀ ਉੱਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ। ਉਹ ਅਸੀਂ ਤਾਂ ਵੀ ਹਜੇ ਤੱਕ ਦਾੜੀਆਂ ਕਟਾਈ ਜਾਂਦੇ ਹਾਂ, ਅਸੀਂ ਤਾਂ ਵੀ ਹਜੇ ਤੱਕ ਕੇਸ ਕਟਾਉਂਦੇ ਹਾਂ, ਅਸੀਂ ਤਾਂ ਵੀ ਹਜੇ ਤੱਕ ਅੰਮ੍ਰਿਤ ਨਹੀਂ ਛਕਿਆ। ਮਾੜਾ ਜਿਹਾ ਧਿਆਨ ਨਾਲ ਸੋਚਿਓ, ਦੱਸ ਦਿਓ ਜੇ ਮੈਂ ਗਲਤ ਗੱਲ ਕਹੀ ਹੋਵੇ। ਕਿੰਨੇ ਸਮਾਗਮ ਹੁੰਦੇ ਨੇ, ਕਿੰਨੇ ਮਹਾਂਪੁਰਖ ਤੁਹਾਨੂੰ ਦੱਸਦੇ ਨੇ। ਔਰੰਗਜ਼ੇਬ ਨੂੰ ਇੱਕ ਚਿੱਠੀ ਆਈ ਸੀ ਗੁਰੂ ਸਾਹਿਬ ਦੀ। ਤੁਸੀਂ ਬਾਣੀ ਵੀ ਗੁਰੂ ਸਾਹਿਬ ਦੀ ਆ, ਬਾਣੀ ਕਿੰਨੇ ਟਾਈਮ ਦੀ ਤੁਸੀਂ ਪੜ੍ਹਦੇ ਹੋ, ਕਿੰਨੇ ਟਾਈਮ ਦੀ ਸੁਣਦੇ ਹੋ। ਕਿਵੇਂ ਤੁਸੀਂ ਦਾੜੀਆਂ ਕਟਾਉਣ ਲੱਗ ਜਾਂਦੇ ਹੋ ਜਾ ਕੇ? ਕਿਵੇਂ ਤੁਸੀਂ ਜਾ ਕੇ ਨਾਈ ਦੀ ਦੁਕਾਨ 'ਤੇ ਕੇਸ ਕਟਾਉਂਦੇ ਹੋ? ਮਾੜਾ ਜਿਹਾ ਧਿਆਨ ਨਾਲ ਸੋਚੋ। ਇੱਥੇ ਅੱਜ ਕੱਲ੍ਹ ਆਪਾਂ ਨੂੰ ਵੀ ਪਤਾ ਆ ਵੀ ਜੇ ਬੱਚਾ ਘਰੇ ਨਾ ਆਵੇ, ਆਪਾਂ ਫੋਨ ਉਹਦੇ ਸਕੂਲ 'ਚ ਕਰ ਦਿੰਦੇ ਹਾਂ, ਸਾਡਾ ਬੱਚਾ ਅੱਜ ਲੇਟ ਹੋ ਗਿਆ, ਵੈਨ ਕਿੱਥੇ ਪਹੁੰਚ ਗਈ, ਵੈਨ ਲੇਟ ਕਾਹਤੇ ਆ। ਕਈ ਵਾਰ ਤਾਂ ਆਪਾਂ ਵੈਨ ਵਾਲੇ ਨਾਲ ਲੜ ਵੀ ਪੈਂਦੇ ਹਾਂ
ਸਕੂਲ ਵਾਲੇ ਨਾਲ ਲੜ ਪੈਂਦੇ ਆ ਜਿਹੜੇ ਜਾ ਕੇ ਵੀ ਸਾਡਾ ਬੱਚਾ ਅੱਜ ਲੇਟ ਕਾਹਤੇ ਆਇਆ। ਯਾਰ ਮਾੜਾ ਜਿਹਾ ਧਿਆਨ ਨਾਲ ਸੋਚੋ ਵੀ ਗੁਰੂ ਗੋਬਿੰਦ ਸਿੰਘ ਜੀ ਕਿਤੇ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਸੀ ਕਰਦੇ। ਧਿਆਨ ਨਾਲ ਸੋਚੋ, ਜਦੋਂ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਪਹੁੰਚੇ ਨੇ, ਰਾਏਕੋਟ ਦੀ ਹਿਸਟਰੀ ਇਹ ਕਹਿੰਦੀ ਆ ਵੀ ਉੱਥੇ ਰਾਏ ਕੱਲਾ ਇੱਕ ਗੁਰੂ ਸਾਹਿਬ ਦੇ ਸ਼ਰਧਾਲੂ ਦਾ ਨਾਮ, ਜਿਹਦਾ ਰਾਏਕੋਟ ਬਾਅਦ 'ਚ ਨਾਮ ਪਿਆ ਸ਼ਹਿਰ ਦਾ, ਰਾਏ ਕੱਲਾ ਜੀ ਨੇ ਗੁਰੂ ਸਾਹਿਬ ਨੂੰ ਜਦੋਂ ਦੱਸਿਆ ਵੀ ਮੈਂ ਸੁਣਿਆ ਵੀ ਛੋਟੇ ਸਾਹਿਬਜ਼ਾਦੇ ਸਰਹੰਦ ਪਹੁੰਚ ਗਏ। ਠੀਕ ਆ, ਫਿਰ ਉੱਥੋਂ ਗੁਰੂ ਸਾਹਿਬ ਨੇ, ਰਾਏ ਕੱਲੇ ਨੇ ਨੂਰੇ ਮਾਹੀ ਨੂੰ ਪਤਾ ਲੈਣ ਭੇਜਿਆ ਵੀ ਸਰਹੰਦ ਵੀ ਬੱਚਿਆਂ ਦਾ ਪਤਾ ਲੈ ਕੇ ਆਓ। ਹੁਣ ਇਹ ਗੱਲ ਧਿਆਨ ਨਾਲ ਸੋਚੋ ਵੀ ਜੇ ਗੁਰੂ ਸਾਹਿਬ ਜੀ ਜਮਾ ਹੀ ਨਿਰਮੋਹ ਹੁੰਦੇ, ਪਿਆਰ ਨਾ ਕਰਦੇ ਹੁੰਦੇ ਛੋਟੇ ਸਾਹਿਬਜ਼ਾਦਿਆਂ ਨੂੰ, ਫਿਕਰ ਨਾ ਹੁੰਦੀ, ਫਿਰ ਗੁਰੂ ਸਾਹਿਬ ਜੀ ਨੂਰੇ ਮਾਹੀ ਨੂੰ ਭੇਜਣ ਦਿੰਦੇ? ਗੁਰੂ ਸਾਹਿਬ ਸੁਪਰੀਮ ਨੇ, ਉੱਥੇ ਵੱਡੇ ਨੇ ਰਾਏ ਕੱਲੇ ਤੋਂ। ਫਿਰ ਗੁਰੂ ਸਾਹਿਬ ਕਹਿ ਸਕਦੇ ਸੀ ਨਹੀਂ ਰਹਿਣ ਦੇ, ਕੋਈ ਲੋੜ ਨਹੀਂ ਹੈਗੀ। ਨਹੀਂ, ਇੱਕ ਪਿਤਾ ਦਾ ਪਿਆਰ ਤਾਂ ਹੈਗਾ ਹੀ ਆ ਨਾ, ਚਾਹੇ ਪਰਮਾਤਮਾ ਨੇ ਚਾਹੇ ਰੱਬ ਨੇ। ਗੁਰੂ ਸਾਹਿਬ ਉੱਥੇ ਰੁਕੇ ਰਹੇ। ਨੂਰਾ ਮਾਹੀ ਰਾਏਕੋਟ ਤੋਂ ਸਰਹੰਦ ਗਿਆ, ਟਾਈਮ ਲੱਗਿਆ ਹੋਣਾ, 2-3 ਦਿਨ ਲੱਗੇ ਹੋਣਗੇ, ਮਹਾਰਾਜ ਉੱਥੇ ਰੁਕੇ ਨੇ। ਫਿਰ ਜਦੋਂ ਨੂਰਾ ਮਾਹੀ ਆਇਆ ਵਾਪਸ, ਗੁਰੂ ਸਾਹਿਬ ਨੇ ਜਿਹੜਾ ਕਾਹੀ ਦਾ ਬੂਟਾ, ਕਾਹੀ ਦਾ ਉਹ ਪੱਟਿਆ, ਪੱਟ ਕੇ, ਕੋਈ ਤਾਂ ਕਹਿੰਦਾ ਵੀ ਚਲੋ ਪੱਟਿਆ, ਕੋਈ ਇਤਿਹਾਸਕਾਰ ਇਹ ਕਹਿੰਦਾ ਵੀ ਪੱਟ ਕੇ ਉਹਨੂੰ ਆਪਣੇ ਤੀਰ ਦੇ ਉੱਤੇ ਮੈਂ ਟੰਗ ਲਿਆ। ਫਿਰ ਮਹਾਰਾਜ ਕਹਿੰਦੇ ਵੀ ਹੁਣ ਵੀ ਇਹ ਮੁਗਲ ਸਾਮਰਾਜ ਦੀਆਂ ਜੜ੍ਹਾਂ ਪੱਟੀਆਂ ਜਾਣਗੀਆਂ, ਮਲੇਰਕੋਟਲਾ ਆਬਾਦ ਰਹੇਗਾ। ਕਿਉਂਕਿ ਮਲੇਰਕੋਟਲੇ ਦੇ ਨਵਾਬ ਨੇ, ਤੁਹਾਨੂੰ ਪਤਾ, ਸ਼ੇਰ ਮੁਹੰਮਦ ਖਾਨ ਨੇ ਹਾਂ ਦਾ ਨਾਅਰਾ ਮਾਰਿਆ ਸੀ। ਚਲੋ ਮੁੱਕਦੀ ਗੱਲ ਵੀਰੋ, ਦੇਖੋ ਗੁਰੂ ਸਾਹਿਬ ਨੇ ਸਰਬੰਸ ਵਾਰਤਾ। ਸਰਬੰਸ ਇਹ ਵਾਰਿਆ ਕਿਉਂ ਆ? ਪਤਾ ਕਿਉਂ ਵਾਰਿਆ? ਤੁਹਾਨੂੰ ਮਾੜਾ ਜਿਹਾ ਇਹ ਪਤਾ ਵੀ ਜਦੋਂ 1699 ਦੀ ਵਿਸਾਖੀ, ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ 5 ਪਿਆਰਿਆਂ ਨੂੰ, ਉੱਥੇ ਕੀ ਹੋਇਆ ਸੀਗਾ? 5 ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਅਤੇ ਗੁਰੂ ਸਾਹਿਬ ਦੇ ਆਪ ਅੰਮ੍ਰਿਤ ਛਕਣ ਤੋਂ ਪਹਿਲਾਂ ਕੀ ਹੋਇਆ ਸੀ? ਜਿਹੜਾ ਕੁਛ ਉੱਥੇ ਹੋਇਆ, ਬਸ ਉਸ ਕਰਕੇ ਇਹ ਸਾਰਾ ਕੁਛ ਹੋਇਆ। ਕਿਉਂ? ਗੁਰੂ ਸਾਹਿਬ ਨੇ ਕੀ ਕਿਹਾ ਸੀ? ਗੁਰੂ ਸਾਹਿਬ ਕਹਿੰਦੇ 5 ਪਿਆਰਿਓ ਹੁਣ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਕਿਹਾ ਸੀ ਨਾ? 5 ਪਿਆਰੇ ਕੀ ਕਹਿੰਦੇ? 5 ਪਿਆਰੇ ਕਹਿੰਦੇ ਗੁਰੂ ਸਾਹਿਬ ਅਸੀਂ ਤਾਂ ਅੰਮ੍ਰਿਤ ਛਕਣ ਵਾਸਤੇ ਆਪਣੇ ਸਿਰ ਦਿੱਤੇ ਨੇ ਨਾ, ਆਪਣੇ ਸਿਰ ਦਿੱਤੇ ਨੇ, ਤੁਸੀਂ ਕੀ ਦੇਵੋਗੇ? ਹੁਣ ਦੇਖੋ, ਇੱਕ ਗੁਰੂ ਸਾਹਿਬ ਸੁਪਰੀਮ, ਗੁਰੂ ਸਾਹਿਬ ਕੀ ਕਹਿੰਦੇ? ਗੁਰੂ ਸਾਹਿਬ ਨੇ ਕਿਹਾ ਵੀ ਮੈਨੂੰ ਅੰਮ੍ਰਿਤ ਛਕਾਓ ਖਾਲਸਾ ਜੀ, ਮੈਂ ਤੁਹਾਨੂੰ ਸਰਬੰਸ ਵਾਰ ਦੂੰਗਾ। ਸਰਬੰਸ ਸਰਬੰਸ ਵਾਰਤਾ ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਅੰਮ੍ਰਿਤ ਪਿੱਛੇ, ਅੰਮ੍ਰਿਤ ਛਕਣ ਪਿੱਛੇ। ਆਪਾਂ ਕਹਿ ਦਿੰਦੇ ਹਾਂ ਅੰਮ੍ਰਿਤ ਛਕਣ ਦੀ ਲੋੜ ਨਹੀਂ, ਅੰਮ੍ਰਿਤ ਛਕ ਕੇ ਕੋਈ ਗਲਤ ਕੰਮ ਕਰਦਾ, ਅੰਮ੍ਰਿਤ ਛਕ ਕੇ ਕੋਈ ਪਾਠ ਨਹੀਂ ਕਰਦਾ। ਜੇ ਕੋਈ ਨਹੀਂ ਕਰਦਾ, ਤੁਸੀਂ ਕਿਸੇ ਤੋਂ ਕੀ ਲੈਣਾ? ਠੀਕ ਆ, ਜੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਫਲਾਣਾ ਅੰਮ੍ਰਿਤਧਾਰੀ ਐਵੇਂ ਕਰਦਾ, ਉਹ ਅੰਮ੍ਰਿਤ ਛਕਿਆ ਉਹਨੇ ਐਵੇਂ ਕਰਦਾ, ਤੁਹਾਡੇ ਨਾਲ ਜਾਣਾ ਮਰ ਕੇ ਕਿਸੇ ਨੇ, ਤੁਸੀਂ ਕਿਸੇ ਤੋਂ ਕੀ ਲੈਣਾ? ਤੁਸੀਂ ਆਪਣਾ ਲੇਖਾ ਜੋਖਾ ਦੇਣਾ ਆ। ਠੀਕ ਆ, ਤੁਹਾਨੂੰ ਗੁਰੂ ਸਾਹਿਬ ਨੇ ਤੁਹਾਡੇ ਬਾਰੇ ਪੁੱਛਣਾ, ਨਾ ਕਿ ਕਿਸੇ ਹੋਰ ਬਾਰੇ। ਦੁਨੀਆ ਦੇ ਉੱਤੇ ਆਪਾਂ ਇਕੱਲੇ ਆਏ ਹਾਂ, ਆਪਾਂ ਇਕੱਲਿਆਂ ਨੇ ਮਰ ਕੇ ਜਾਣਾ ਆ। ਠੀਕ ਆ, ਤੁਸੀਂ ਕਿਸੇ ਤੋਂ ਕੀ ਲੈਣਾ? ਤੁਸੀਂ ਆਪਣੇ ਵੱਲ ਦੇਖੋ, ਤੁਸੀਂ ਗੁਰੂ ਸਾਹਿਬ ਦੇ ਵੱਲ ਦੇਖੋ। ਵੈਸੇ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ ਦੁਨੀਆ ਦੇ ਵਿੱਚ, ਸਾਰੇ ਤਰ੍ਹਾਂ ਦੇ ਬੰਦੇ ਹੁੰਦੇ ਨੇ, ਵਧੀਆ ਵੀ ਹੁੰਦੇ ਨੇ ਅਤੇ ਵਧੀਆ ਨਹੀਂ ਵੀ ਹੁੰਦੇ। ਬਹੁਤ ਅੰਮ੍ਰਿਤਧਾਰੀ ਬੰਦੇ ਬਹੁਤ ਜ਼ਿਆਦਾ ਵਧੀਆ ਨੇ, ਬਹੁਤ ਜ਼ਿਆਦਾ ਵਧੀਆ। ਠੀਕ ਆ, ਪਰ ਕੁਛ ਕਿ ਚਲੋ ਮਿਲਾਵਟ ਵੀ ਆ ਜਾਂਦੀ ਆ। ਪਰ ਤੁਸੀਂ ਕਿਸੇ ਤੋਂ ਕੀ ਲੈਣਾ? ਤੁਸੀਂ ਆਪਣੇ ਵੱਲ ਦੇਖੋ, ਗੁਰੂ ਸਾਹਿਬ ਦੇ ਵੱਲ ਦੇਖੋ। ਮੈਂ ਤਾਂ ਇਹੀ ਕਹਿਣਾ ਹੁੰਦਾ ਵੀ ਸਾਰੀ ਦੁਨੀਆ ਚਾਹੇ ਗਲਤ ਹੋ ਜਾਵੇ, ਸਾਰੀ ਦੁਨੀਆ ਤੁਹਾਨੂੰ ਮਤਲਬ ਕੀ ਕਿਸੇ ਨਾਲ? ਇਕੱਲੇ ਆਏ ਹਾਂ ਆਪਾਂ, ਇਕੱਲਿਆਂ ਨੇ ਜਾਣਾ ਆ। ਤੁਸੀਂ ਅੰਮ੍ਰਿਤ ਛਕੋ,
ਤੁਹਾਡੀ ਮੈਂ ਜਾਣਕਾਰੀ ਵਾਸਤੇ ਦੱਸ ਦਿੰਦਾ। ਜਿਹੜੇ ਆਪਣੇ ਤਖਤ ਸਾਹਿਬ ਨੇ ਪੰਜਾਬ ਦੇ ਵਿੱਚ, ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਦਮਦਮਾ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਉਹ ਤਖਤਾਂ ਦੇ ਉੱਤੇ ਹਰ ਬੁੱਧਵਾਰ ਅਤੇ ਹਰ ਐਤਵਾਰ ਨੂੰ ਦੁਪਹਿਰੇ 12 ਵਜੇ ਅੰਮ੍ਰਿਤ ਛਕਾਉਂਦੇ ਨੇ। ਠੀਕ ਹੈ ਜੀ। ਆਪਣੇ ਪੰਜਾਬ ਦੇ ਤਖਤਾਂ 'ਤੇ ਅਨੰਦਪੁਰ ਸਾਹਿਬ, ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ, ਦਮਦਮਾ ਸਾਹਿਬ ਸਾਬੋਂ ਕੀ ਤਲਵੰਡੀ, ਉੱਥੇ ਹਰ ਬੁੱਧਵਾਰ ਅਤੇ ਐਤਵਾਰ ਨੂੰ 12 ਵਜੇ ਅੰਮ੍ਰਿਤ ਛਕਾਉਂਦੇ ਨੇ। ਪੰਜਾਬ ਦੇ ਹੋਰ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਰਾਂਦ ਵਾਲੇ ਦਿਨ, ਕਈਆਂ ਵਿੱਚ ਮੱਸਿਆ ਵਾਲੇ ਦਿਨ ਅੰਮ੍ਰਿਤ ਛਕਾਉਂਦੇ ਨੇ। ਠੀਕ ਹੈ ਜੀ। ਮਤਲਬ ਮੈਂ ਤੁਹਾਨੂੰ ਤਾਂ ਦੱਸਿਆ ਵੀ ਅੰਮ੍ਰਿਤ ਜ਼ਰੂਰ ਛਕੋ ਵੀਰੋ। ਦੀਵਾਰ ਵਿੱਚ ਚਿਣੇ ਗਏ, ਦੀਵਾਰ ਵਿੱਚ ਚਿਣੇ ਗਏ ਕੀ ਹੁੰਦਾ ਆ? ਤੁਸੀਂ ਘਰਾਂ ਵਿੱਚ ਕਈ ਵਾਰੀ ਦੇਖਿਆ ਹੋਣਾ, ਜਦੋਂ ਨੀਹਾਂ ਪੱਟਦੇ ਨੇ, ਘਰ ਸ਼ੁਰੂ ਨਹੀਂ ਕਰਦੇ ਹੈਗੇ, ਜਦੋਂ ਘਰ ਸ਼ੁਰੂ ਕਰਦੇ ਨੇ ਥੱਲਿਓਂ ਮਿੱਟੀ ਪੱਟਦੇ ਨੇ ਜ਼ਮੀਨ ਵਿੱਚੋਂ, ਫਿਰ ਉਹ ਨੀਹਾਂ ਭਰਦੇ ਨੇ। ਨੀਹਾਂ ਭਰਦੇ ਨੇ ਨਾ, ਮਤਲਬ ਤੁਸੀਂ ਸਮਝਦਾਰ ਹੋ, ਵੱਡੇ ਹੋ, ਜਿਹੜਾ ਉਹ ਸ਼ਬਦ ਹੈਗਾ ਆ ਦੀਵਾਰ ਵਿੱਚ ਚਿਣੇ ਗਏ, ਨੀਹਾਂ ਵਿੱਚ ਚਿਣੇ ਗਏ, ਤੁਹਾਨੂੰ ਸਮਝ ਨਹੀਂ ਆਉਂਦੀ ਉੱਥੋਂ? ਕਦੇ ਸੋਚ ਕੇ ਨਹੀਂ ਦੇਖਦੇ ਤੁਸੀਂ ਵੀ ਸਾਹਿਬਜ਼ਾਦੇ ਖੜਾਏ ਨੇ ਉਹਨਾਂ ਉੱਥੇ, ਜਿਵੇਂ ਨੀਹਾਂ ਭਰਦੇ ਨੇ ਸਾਹਿਬਜ਼ਾਦੇ ਖੜਾ ਕੇ, ਆਲੇ ਦੁਆਲੇ ਇੱਟਾਂ ਲਾਈਆਂ, ਸੀਮੈਂਟ ਲਾਇਆ, ਸਮਝੋ ਧਿਆਨ ਨਾਲ, ਐਵੇਂ ਸ਼ਹੀਦ ਕੀਤੇ ਨੇ। ਗਿਆਨੀ ਪਿੰਦਰਪਾਲ ਸਿੰਘ ਜੀ ਤਾਂ ਇਹ ਵੀ ਦੱਸਦੇ ਹੁੰਦੇ ਨੇ ਵੀ ਜਦੋਂ ਕੰਧ ਉੱਤੇ ਨੂੰ ਜਾਂਦੀ ਸੀਗੀ, ਕਈ ਵਾਰ ਇਹ ਨਹੀਂ ਹੁੰਦਾ, ਜਦੋਂ ਮਿਸਤਰੀ ਕਈ ਵਾਰੀ ਕੰਧ ਬਣਾਉਂਦੇ ਨੇ ਜਾਂ ਕੋਈ ਚੀਜ਼ ਬਣਾਉਂਦੇ ਨੇ, ਜਿੱਥੇ ਥੋੜ੍ਹੇ ਇੱਟ ਦੀ ਲੋੜ ਹੋਵੇ ਉੱਥੇ ਇੱਟ ਤੋੜ ਕੇ ਲਾ ਦਿੰਦੇ ਨੇ। ਗਿਆਨੀ ਪਿੰਦਰਪਾਲ ਜੀ ਦੱਸਦੇ ਹੁੰਦੇ ਨੇ ਵੀ ਜਦੋਂ ਕੰਧ ਉੱਤੇ ਨੂੰ ਜਾਂਦੀ ਸੀ, ਜਦੋਂ ਗੋਡਿਆਂ ਤੱਕ ਕੰਧ ਪਹੁੰਚੀ, ਗੋਡਿਆਂ ਤੱਕ, ਬਾਬਾ ਜੀ ਦੇ, ਸਾਹਿਬਜ਼ਾਦਿਆਂ ਦੇ, ਛੋਟਿਆਂ ਦੇ, ਵੀ ਉਹ ਜਿਹੜਾ ਮਿਸਤਰੀ ਸੀਗਾ ਜਾਂ ਕੋਈ ਵੀ ਬੰਦਾ ਸੀ, ਵੀ ਉਹਨੇ ਇੱਟ ਤੋੜੀ ਨਹੀਂ ਹੈਗੀ, ਇੱਟ ਨਹੀਂ ਤੋੜੀ ਉਹਨੇ। ਮਤਲਬ ਸਮਝੋ ਯਾਰ ਵੀ ਤੁਸੀਂ ਬਹੁਤ, ਤੁਸੀਂ ਦਿਮਾਗ ਲਾ ਕੇ ਸੋਚ ਲੈਂਦੇ ਹੋ ਵੀ, ਉਹ ਦੱਸਦੇ ਹੁੰਦੇ ਨੇ ਵੀ ਉਹਨਾਂ ਨੇ ਗੋਡਾ ਹੀ, ਫਿਰ ਕੰਧ ਉੱਤੇ ਗਈ, ਸਾਹਿਬਜ਼ਾਦੇ ਛੋਟੇ 7 ਸਾਲ ਦੇ, 9 ਸਾਲ ਦੇ, ਉਤੋਂ ਠੰਡ ਇੰਨੀ ਪੈਂਦੀ ਆ ਯਾਰ, ਜਦੋਂ ਸੀਮੈਂਟ ਮਿਕਸ ਕਰਦੇ ਨੇ, ਸੀਮੈਂਟ ਵੀ ਗਿੱਲਾ ਹੁੰਦਾ ਹੈ, ਤੁਸੀਂ ਜਾਣਦੇ ਹੋ ਸਾਰਾ ਕੁਛ। ਤਾਂ ਆਪਾਂ ਟਾਈਮ ਹੀ ਨਹੀਂ ਲਾਉਂਦੇ ਹੈਗੇ ਇੱਧਰ ਨੂੰ, ਆਹ ਗੱਲਾਂ ਸੋਚਣ ਬਾਰੇ। ਸੋਚਿਆ ਕਰੋ ਯਾਰ ਇਕੱਲੇ ਬਹਿ ਕੇ, ਕਦੇ ਹਮੇਸ਼ਾ ਹੀ ਨਾ ਬਸ ਵੀ ਨੈੱਟ 'ਤੇ ਲੱਗੇ ਰਿਹਾ ਕਰੋ ਵੀ ਆਹ ਫੋਲੋਅਰ ਵਧਾਈਏ ਅਸੀਂ, ਆਹ ਚੀਜ਼ਾਂ। ਕਦੇ ਇਕੱਲੇ ਬੈਠੋ, ਆਪੇ ਸੋਚਿਆ ਕਰੋ। ਇੱਥੇ ਮਹਾਰਾਜ ਕਿਹੜਾ ਵੀ ਕਿਸੇ ਇੱਕ ਜਣੇ ਦੇ ਨੇ, ਇੱਥੇ ਵੀ ਗੁਰੂ ਸਾਹਿਬ ਤੁਹਾਡੇ ਵੀ ਨੇ। ਗੁਰੂ ਸਾਹਿਬ ਜੇ ਜਿੱਥੇ ਮੈਂ ਬੈਠਾ, ਜੇ ਗੁਰੂ ਸਾਹਿਬ ਆਹ ਕਮਰੇ ਦੇ ਵਿੱਚ ਨੇ, ਜਿੱਥੇ ਬਹਿ ਕੇ ਤੁਸੀਂ ਵੀਡੀਓ ਦੇਖਦੇ ਹੋ, ਉੱਥੇ ਵੀ ਤਾਂ ਗੁਰੂ ਸਾਹਿਬ ਹੈਗੇ ਹੀ ਨੇ, ਉਹ ਤਾਂ ਸਾਰਿਆਂ ਦੇ ਹੀ ਨੇ। ਫਿਰ ਤੁਸੀਂ ਵੀ ਇਕੱਲੇ ਬਹਿ ਕੇ ਸੋਚਿਆ ਕਰੋ ਆਹ ਚੀਜ਼ਾਂ ਵੀ ਕਿਵੇਂ ਸ਼ਹੀਦ ਹੋਏ ਹੋਣੇ ਆ। ਇਕੱਲੇ ਬੈਠੋ, ਫੋਨ ਜਾਂ ਪਰੇ ਕਰੋ, ਆਪਣੇ ਹਿਸਾਬ ਨਾਲ ਧਿਆਨ ਲਾ ਕੇ ਸੋਚੋ ਵੀ ਕਿਵੇਂ ਮਰਿੰਡੇ ਤੋਂ ਗਏ ਹੋਣੇ ਆ ਫਤਿਹਗੜ੍ਹ ਸਾਹਿਬ, ਮਾਤਾ ਜੀ ਨਾਲ ਸਾਹਿਬਜ਼ਾਦੇ, ਫਿਰ ਠੰਡਾ ਬੁਰਜ ਹੈ, ਠੰਡੇ ਬੁਰਜ। ਵੈਸੇ ਤਾਂ ਜਿਹੜੀ ਨਾ ਠੰਡ ਹੈਗੀ ਆ, ਜਿਹੜਾ ਇਹ ਮਤਲਬ ਠੰਡ, ਇਹ ਵੈਸੇ ਮੈਂ ਕਹਿੰਦਾ ਵੀ ਆਪਣੇ ਵਾਸਤੇ ਇੱਕ ਗਿਫਟ ਆ। ਇਹ ਆਪਾਂ ਨੂੰ ਨਾ ਮਤਲਬ ਯਾਦ ਕਰਾ ਦਿੰਦੀ ਆ ਬਹਾਨੇ ਨਾਲ। ਜੇ ਤੁਸੀਂ ਚੱਪਲ ਨਾ ਪਾਓ, ਮਾੜਾ ਜਿਹਾ ਜਿਹੜੇ ਤੁਹਾਨੂੰ ਵੈਸੇ ਯਾਦ ਹੋਣੀ ਚਾਹੀਦੀ ਹੈ ਵੀ ਥੱਲੇ ਵੀ ਹਾਏ ਠੰਡਾ ਲੱਗਿਆ, ਵੀ ਉੱਥੇ ਕਿਵੇਂ ਬੈਠੇ ਹੋਣੇ ਆ ਠੰਡੇ ਬੁਰਜ ਵਿੱਚ ਸਾਹਿਬਜ਼ਾਦੇ। ਵੈਸੇ ਨਾ ਇੱਕ ਪੱਖੋਂ ਆਪਾਂ ਨੂੰ ਠੰਡ 'ਚੋਂ ਬਚਾਉਣ ਦਾ ਇਹ ਮਤਲਬ ਇਤਿਹਾਸ, ਜੇ ਬਹੁਤ ਜ਼ਿਆਦਾ ਠੰਡ ਲੱਗਦੀ ਹੋਵੇ ਆਪਾਂ ਨੂੰ, ਜੇ ਉੱਧਰੋਂ ਜਦੋਂ ਯਾਦ ਆਉਂਦੀ ਆ ਵੀ ਠੰਡ 'ਚ ਸ਼ਹੀਦੀਆਂ ਹੋਈਆਂ, ਠੰਡੇ ਬੁਰਜ ਦੀ ਯਾਦ ਆਉਂਦੀ ਆ,
ਵੈਸੇ ਆਪਣੀ ਠੰਡ ਘਟ ਜਾਂਦੀ ਆ। ਬੜਾ ਪਰਉਪਕਾਰ ਆਪਣੇ ਉੱਤੇ ਉਹ ਬਾਬਿਆਂ ਦਾ। ਮਤਲਬ ਨਾ ਇਕੱਲਾ ਬੰਦਾ ਮਤਲਬ ਵੀ ਜੇ ਇਤਿਹਾਸ ਯਾਦ ਕਰੇ ਉਹ, ਮਤਲਬ ਕੋਈ ਠੰਡ ਲੱਗਦੀ ਨਹੀਂ ਹੈਗੀ ਬੰਦੇ ਨੂੰ। ਪਰ ਯਾਰ ਥੋੜ੍ਹਾ ਜਿਹਾ ਸੋਚਿਓ ਹੈ ਨਾ ਵੀ ਉਹ ਛੋਟੇ ਸਾਹਿਬਜ਼ਾਦੇ ਵੀ ਜੇ ਮਤਲਬ ਸ਼ਹੀਦ ਨਾ ਹੁੰਦੇ, ਕਿੰਨਾ ਉਹਨਾਂ ਨੇ ਅੱਗੇ ਹੋਰ ਹੈ ਨਾ ਵੀ ਚਲੋ ਅੱਗੇ ਰਾਜੇ ਮਹਾਰਾਜੇ ਉਹਨਾਂ ਨੇ ਅੱਗੇ ਵੱਡੇ ਹੋਣਾ ਸੀਗਾ, ਉਹਨਾਂ ਦੀ ਫਿਰ ਵਿਆਹ ਹੋਣੇ ਸੀਗੇ। ਗੱਲ ਹੈ ਕਿ ਚਲੋ ਵੀ ਚਲੋ ਗੁਰੂ ਸਾਹਿਬਜ਼ਾਦੇ ਇੱਥੇ ਹੀ ਨੇ, ਪਰ ਜਿਹੜਾ ਇਨਸਾਨ ਕੋਈ ਵੀ ਇੱਕ ਵਾਰ ਬੌਡੀ ਦੇ ਵਿੱਚ ਆਉਂਦਾ ਆ, ਮਤਲਬ ਹੈ ਨਾ ਇਸ ਸਟਰਕਚਰ ਦੇ ਵਿੱਚ ਆਉਂਦਾ ਬੌਡੀ 'ਚ, ਉਹ ਕਦੇ ਨਹੀਂ ਦੁਬਾਰਾ ਆਉਂਦਾ ਹੈਗਾ। ਆਪਾਂ ਕਿੰਨੀ ਮੌਜ ਕਰਦੇ ਹਾਂ ਅੱਜ ਕੱਲ੍ਹ, ਆਪਣੇ ਕੋਲ ਫੋਨ ਹੈਗੇ ਨੇ, ਆਈਫੋਨ ਹੈਗਾ ਆ, ਕਿੰਨੀਆਂ ਗੱਡੀਆਂ ਕਾਰਾਂ ਨੇ। ਗੱਡੀਆਂ ਕਾਰਾਂ ਆਪਾਂ ਉਹਨਾਂ ਤੋਂ ਮੰਗਦੇ ਹਾਂ ਹੈ ਨਾ ਵੀ, ਉਸ ਟਾਈਮ ਤਾਂ ਗੱਡੀਆਂ ਕਾਰਾਂ ਹੈ ਹੀ ਨਹੀਂ ਸੀਗੀਆਂ। ਆਪਾਂ ਉੱਥੇ ਬੋਲਟਾਂ 'ਤੇ ਜਾਂਦੇ ਹਾਂ, ਵੱਡੀਆਂ ਵੱਡੀਆਂ ਟਰਾਲੀਆਂ 'ਚ ਜਾਂਦੇ ਹਾਂ। ਉਹ ਤੁਰ ਕੇ ਗਏ ਨੇ ਉੱਥੋਂ, ਉਹਨਾਂ ਨੂੰ ਕਿਵੇਂ ਉੱਥੇ ਕੋਤਵਾਲੀ ਸਾਹਿਬ ਰੱਖਿਆ ਹੋਣਾ ਆ ਥਾਣੇ ਦੇ ਵਿੱਚ। ਗੁਰੂ ਸਾਹਿਬ ਆਪ ਕਿਤੇ ਨੇ, ਮਾਤਾ ਉਹਨਾਂ ਦੀ। ਆਪਾਂ ਆ ਬੱਚੇ ਘਰੇ ਨਹੀਂ ਆਉਂਦੇ, ਆਪਾਂ ਜਦੇ ਫੋਨ ਮਾਰਦੇ ਆ ਵੀ ਕਿੱਥੇ ਹੋ, ਪਹੁੰਚ ਗਏ, ਰੋਟੀ ਖਾ ਲਈ ਕਿ ਨਹੀਂ ਖਾਧੀ। ਜਿੱਥੋਂ ਰੋਟੀ ਮੰਗਦੇ ਹਾਂ ਆਪਾਂ, ਉਹਦੇ ਬੱਚੇ ਕਿਤੇ ਨੇ, ਉਹ ਆਪ ਕਿਤੇ ਆ। ਕਿਸੇ ਦੀ ਇੱਥੇ ਡੈਥ ਹੋ ਜਾਵੇ, ਜਦੋਂ ਤੱਕ ਫੋਰਨ ਕੰਟਰੀ ਤੋਂ ਜੇ ਉਹਦਾ ਕੋਈ ਰਿਸ਼ਤੇਦਾਰ ਬੱਚਾ ਨਾ ਆਵੇ, ਸੰਸਕਾਰ ਨਹੀਂ ਕਰਦੇ ਹੈਗੇ। ਜਿਹਨੇ ਅਰਦਾਸ ਬਣਾਈ ਆ ਹੈ ਨਾ, ਜਿਹਨੇ ਅਰਦਾਸ ਬਣਾਈ ਆ, ਗੁਰੂ ਸਾਹਿਬ ਨੇ ਬਣਾਈ ਆ, ਚੰਡੀ ਦੀ ਵਾਰ 'ਚ ਲਿਖਿਆ ਹੋਇਆ ਇੱਕ ਹੈ ਨਾ, ਅਰਦਾਸ ਸਾਰੀ ਉੱਥੇ ਲਿਖੀ ਹੋਈ ਆ। ਜਿਹੜੀ ਅਰਦਾਸ ਕਰਕੇ ਅੰਤਿਮ ਅਰਦਾਸ ਕਰਦੇ ਹਾਂ, ਜਾਂ ਕੋਈ ਵੀ ਅਰਦਾਸ ਕਰਦੇ ਹਾਂ, ਜਿਹਨੇ ਅਰਦਾਸ ਲਿਖੀ ਆ, ਨਾ ਤਾਂ ਉਹ ਆਪਣੇ ਵੱਡੇ ਬੱਚਿਆਂ ਦੇ ਸੰਸਕਾਰ ਮੌਕੇ ਉਹ ਆਪ ਕੋਲ ਆ, ਨਾ ਛੋਟਿਆਂ ਦੇ ਸੰਸਕਾਰ ਮੌਕੇ ਕੋਲ ਆ। ਉਹ ਗੁਰੂ ਗੋਬਿੰਦ ਸਿੰਘ ਜੀ, ਜਦੋਂ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਚਮਕੌਰ ਸਾਹਿਬ, ਗੁਰੂ ਸਾਹਿਬ ਉਦੋਂ ਮਾਛੀਵਾੜੇ ਤੋਂ ਅੱਗੇ ਚਲੇ ਗਏ ਸੀਗੇ। ਜਦੋਂ ਛੋਟਿਆਂ ਦਾ ਸੰਸਕਾਰ ਹੋਇਆ, ਉਦੋਂ ਵੀ ਗੁਰੂ ਸਾਹਿਬ ਰਾਏਕੋਟ ਵਾਲੇ ਪਾਸੇ ਸੀਗੇ। ਮਾਤਾ ਜੀ ਇਹਨਾਂ ਦੇ ਉਹ ਵੀ, ਕਿਉਂਕਿ ਪਰਿਵਾਰ ਵਿਛੜ ਗਿਆ ਸੀਗਾ, ਮਾਤਾ ਜੀ ਕਿਤੇ ਸੀਗੇ। ਸਾਰਾ ਪੰਜਾਬ ਅੰਮ੍ਰਿਤਧਾਰੀ ਚਾਹੀਦਾ ਸੀ, ਸਾਰਾ ਪੰਜਾਬ। ਸਿੱਖ ਨੌਜਵਾਨਾਂ ਨੂੰ ਕਹਿਣਾ, ਇਹ ਨਾ ਸੋਚੋ ਵੀ ਮੈਂ ਵੀ ਸਾਰਿਆਂ ਨੂੰ ਕਹਿਣਾ ਵੀ ਕੋਈ ਕਿਸੇ ਦਾ ਧਰਮ ਚੇਂਜ ਵਾਲੀ ਗੱਲ ਨਹੀਂ ਹੈਗੀ। ਗੁਰੂ ਸਾਹਿਬ ਤਾਂ ਸਾਰਿਆਂ ਦੇ ਨੇ, ਗੁਰੂ ਸਾਹਿਬ ਸਾਰਿਆਂ ਦੇ ਹੀ ਨੇ, ਸਾਰੇ ਧਰਮਾਂ ਦੇ ਨੇ। ਗਨੀ ਖਾਂ ਨਬੀ ਖਾਂ ਜੀ, ਉਹਨਾਂ ਦੇ ਘਰੇ ਵੀ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ। ਟੋਡਰ ਮੱਲ ਜੀ ਨੇ ਸੰਸਕਾਰ ਕੀਤਾ ਸਾਹਿਬਜ਼ਾਦਿਆਂ ਦਾ, ਮੋਤੀ ਰਾਮ ਮਹਿਰਾ ਜੀ ਨੇ ਦੁੱਧ ਪਿਲਾਇਆ। ਪਰ ਸਿੱਖ ਨੌਜਵਾਨ ਘੱਟੋ ਘੱਟ ਉਹ ਤਾਂ ਨਾ ਦਾੜੀਆਂ ਕਟਾਉਣ, ਉਹ ਤਾਂ ਨਾ ਕੇਸ ਕਟਾਉਣ। ਤੁਹਾਨੂੰ ਹੁੰਦਾ ਵੀ ਪਤਾ ਨਹੀਂ ਅੰਮ੍ਰਿਤ ਛਕ ਕੇ ਦਾੜ੍ਹੀ ਰੱਖ ਕੇ ਅਸੀਂ ਕਿਹੋ ਜਿਹੇ ਲੱਗਾਂਗੇ, ਬੁੜੇ ਲੱਗਾਂਗੇ, ਸਾਨੂੰ ਲੋਕ ਅੰਕਲ ਕਹਿਣਗੇ। ਹੈਂ ਯਾਰ, ਉਹਨਾਂ ਨੇ ਨਹੀਂ ਵੱਡੇ ਹੋਣਾ ਸੀ ਸਾਹਿਬਜ਼ਾਦਿਆਂ ਨੇ, ਉਹਨਾਂ ਨੇ ਤਾਂ ਉਹ ਕਿਸੇ ਤੋਂ ਘੱਟ ਸੀਗੇ। ਆਪਾਂ ਹਰੇਕ ਦਾ ਥੈਂਕ ਯੂ ਕਰਦੇ ਹਾਂ ਵੀ ਉਹਨੇ ਸਾਡੀ ਹੈਲਪ ਕੀਤੀ ਆ, ਹੈਂ ਉਹਨੇ ਸਾਡੀ ਪੋਸਟ ਸ਼ੇਅਰ ਕੀਤੀ ਆ, ਉਹਨੇ ਸਾਨੂੰ ਲਿਫਟ ਦਿੱਤੀ ਆ, ਉਹਨੇ ਸਾਨੂੰ ਪੈਸੇ ਦਿੱਤੇ ਨੇ। ਆਪਾਂ ਹਰੇਕ ਦਾ ਥੈਂਕ ਯੂ ਕਰਦੇ ਹਾਂ ਹੈ ਨਾ, ਕਹਿੰਦੇ ਹਾਂ ਵੀ ਤੇਰਾ ਦੇਣ ਨਹੀਂ ਦੇ ਸਕਦੇ ਜਾਂ ਹੋਰ ਹੈ ਨਾ।
ਕਿ ਲੋਕੀ ਲੋਕੀ ਪੈਸੇ ਦੀ ਹੈਲਪ ਕਰ ਲੈਣਗੇ, ਲੋਕੀ ਤੁਹਾਨੂੰ ਗੱਡੀਆਂ ਦੇ ਸਕਦੇ ਨੇ, ਕਾਰਾਂ ਦੇ ਸਕਦੇ ਨੇ, ਵੀ ਮਤਲਬ ਜਿਹੜਾ ਆਪਾਂ ਨੂੰ ਸਾਹ ਆਉਂਦਾ ਆ, ਆਪਾਂ ਦਾੜੀਆਂ ਸਰਦਾਰੀਆਂ ਨੇ ਹੈ ਨਾ, ਰੋਟੀ ਖਾਂਦੇ ਹਾਂ, ਘੁੰਮਦੇ ਫਿਰਦੇ ਹਾਂ, ਵੀ ਜੇ ਉਹ ਸ਼ਹੀਦ ਨਾ ਹੁੰਦੇ ਆਪਾਂ ਹੋਣਾ ਨਹੀਂ ਸੀ ਅੱਜ। ਫਿਰ ਯਾਰ ਵੀ ਫਿਰ ਆਪਾਂ ਇਹ ਅਹਿਸਾਨ ਕਿਉਂ ਭੁੱਲੀ ਜਾਂਦੇ ਹਾਂ, ਫਿਰ ਆਪਾਂ ਕਿਉਂ ਭੁੱਲਦੇ ਹਾਂ ਇਹ ਅਹਿਸਾਨ। ਸਭ ਤੋਂ ਵੱਡੀ ਦਾਤ ਆ ਨਾ ਵੀ ਆਪਾਂ ਦੇਖੋ, ਆਪਾਂ ਹੁਣ ਆਜ਼ਾਦ ਫਿਰਦੇ ਹਾਂ, ਹਵਾ 'ਚ ਸਾਹ ਲੈਂਦੇ ਹਾਂ। ਉਹ ਕਹਿੰਦੇ ਨੇ ਵੀ ਬਾਬਾ ਫਤਿਹ ਸਿੰਘ ਜੀ, ਜਿਹੜੇ ਸਾਹਿਬਜ਼ਾਦਾ ਫਤਿਹ ਸਿੰਘ ਜੀ, ਵੀ ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਮਾਤਾ ਜੀ ਛੋਟੀ ਉਮਰ 'ਚ ਚੜ੍ਹਾਈ ਕਰ ਗਏ ਸੀਗੇ, ਮਾਤਾ ਜੀਤੋ ਜੀ। ਜੇ ਮੈਂ ਗਲਤ ਬੋਲਿਆ ਮੈਨੂੰ ਮਾਫ਼ ਕਰ ਦਿਓ। ਵੀ ਬਾਬਾ ਫਤਿਹ ਸਿੰਘ ਜੀ ਯਾਰ ਸਾਰਾ ਕੁਛ ਮੰਗਦੇ ਆਪਾਂ ਉਹਨਾਂ ਤੋਂ, ਸਾਰਾ ਕੁਛ ਮੰਗਦੇ ਹਾਂ ਵੀ ਬਾਬਾ ਜੀ ਸਾਨੂੰ ਆਹ ਦੇ ਦਿਓ, ਆਹ ਦੇ ਦਿਓ, ਪਰ ਗੁਰੂ ਸਾਹਿਬ ਦਾ ਆਪਦਾ ਪਰਿਵਾਰ ਦੇਖੋ। ਬਾਬਾ ਫਤਿਹ ਸਿੰਘ ਜੀ ਦੇ ਛੋਟੀ ਉਮਰ 'ਚ ਮਾਤਾ ਜੀ ਚੜ੍ਹਾਈ ਕਰ ਗਏ ਸੀਗੇ, ਫਿਰ ਉਹ ਸ਼ਹੀਦ ਹੋ ਗਏ ਜਾ ਕੇ ਆਪ। ਅਸੀਂ ਜਾਣਦੇ ਹਾਂ ਬਾਬਾ ਜੀ ਸਾਨੂੰ ਆਹ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ। ਗੁਰੂ ਗੋਬਿੰਦ ਸਿੰਘ ਜੀ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ, ਗੁਰੂ ਤੇਗ ਬਹਾਦਰ ਜੀ ਅਸਾਮ ਵੱਲ ਗਏ ਹੋਏ ਸੀਗੇ। ਫਿਰ ਜਦੋਂ ਗੁਰੂ ਸਾਹਿਬ ਥੋੜ੍ਹੇ ਜਿਹੇ ਵੱਡੇ ਹੋਏ, ਫਿਰ ਗੁਰੂ ਤੇਗ ਬਹਾਦਰ ਜੀ ਆਏ ਪਟਨਾ ਸਾਹਿਬ। ਫਿਰ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਆ ਗਿਆ, ਫਿਰ ਪਾਉਂਟਾ ਸਾਹਿਬ ਗਏ। ਫਿਰ ਗੁਰੂ ਸਾਹਿਬ ਜਦੋਂ 9 ਸਾਲਾਂ ਦੇ ਹੋਏ, ਉਦੋਂ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦੇਣ ਚਲੇ ਗਏ। ਕਿੰਨਾ ਕੁ ਟਾਈਮ ਇਕੱਠੇ ਰਹੇ ਨੇ ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ? ਹਿਸਟਰੀ ਤਾਂ ਇਹ ਕਹਿੰਦੇ ਵੀ ਘੱਟੋ ਘੱਟ 2-3 ਸਾਲ ਇਕੱਠੇ ਰਹੇ ਨੇ, 2-3 ਸਾਲ, ਕਿਉਂਕਿ ਗੁਰੂ ਤੇਗ ਬਹਾਦਰ ਜੀ ਵੀ ਆਪਣੇ ਪ੍ਰਚਾਰ 'ਤੇ ਸੀਗੇ, ਹੈ ਨਾ। ਚੱਲ 1-2 ਸਾਲ ਵੱਧ ਰਹੇ ਹੋਣੇ ਨੇ। ਸਰ ਵੈਸੇ ਆਪਾਂ ਸਾਰਾ ਕੁਛ ਉਹਨਾਂ ਤੋਂ ਮੰਗਦੇ ਹਾਂ ਨਾ, ਹਰ ਟਾਈਮ ਅਰਦਾਸ ਕਰਦੇ ਹਾਂ ਬਾਬਾ ਜੀ ਸਾਨੂੰ ਕਾਰਾਂ ਦੇ ਦਿਓ, ਗੱਡੀਆਂ ਦੇ ਦਿਓ, ਸਾਡੇ ਵੀਜ਼ੇ ਲਵਾ ਦਿਓ, ਸਾਡਾ ਵਿਆਹ ਕਰ ਦਿਓ, ਲੰਬੀ ਉਮਰ ਦੀ ਦਾਤ ਹੈ ਸਾਨੂੰ। ਪਰ ਆਪ ਉਹਨਾਂ ਦੀ ਫੈਮਿਲੀ ਪਹਿਲਾਂ ਤਾਂ ਵੀ ਇਹੀ ਘੱਟ ਸਾਲ ਇਕੱਠੇ ਰਹੇ ਨੇ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ। ਫਿਰ ਬਾਬਾ ਫਤਿਹ ਸਿੰਘ ਜੀ ਜਿਹੜੇ ਸ਼ਹੀਦ ਹੋਏ ਨੇ ਸਰਹੰਦ, ਛੋਟੀ ਉਮਰ 'ਚ ਉਹਨਾਂ ਦੇ ਮਾਤਾ ਜੀ ਚਲੇ ਗਏ ਸੀਗੇ, ਚੜ੍ਹਾਈ ਕਰ ਗਏ ਸੀ। ਉਹਨਾਂ ਨੂੰ ਪਾਲਿਆ ਮਾਤਾ ਗੁਜਰੀ ਜੀ ਨੇ। ਯਾਰ ਕੰਬ ਜਾਂਦੇ ਆ ਉਹਨਾਂ ਦਾ ਇਤਿਹਾਸ ਪੜ੍ਹ ਕੇ, ਸੁਣ ਕੇ। ਤੁਹਾਡੇ ਕੋਲ ਟਾਈਮ ਹੈਗਾ ਦਾੜੀਆਂ ਕਟਾਉਣ ਦਾ, ਕੇਸ ਕਟਾਉਣ ਦਾ? ਰੱਬ ਦਾ ਵਾਸਤਾ ਵੀਰੋ, ਬੰਦ ਕਰੋ ਦਾੜੀਆਂ ਕਟਾਉਣੀਆਂ, ਬੰਦ ਕਰੋ ਕੇਸ ਕਟਾਉਣਾ। ਰੱਬ ਦਾ ਵਾਸਤਾ, ਮੈਨੂੰ ਕੁਛ ਨਹੀਂ ਮਿਲਣਾ ਵੀ ਕੋਈ ਮੈਨੂੰ ਪ੍ਰੋਫਿਟ ਨਾ। ਆਪਾਂ ਜਾਈਏ ਫਤਿਹਗੜ੍ਹ ਸਾਹਿਬ, ਅੰਮ੍ਰਿਤ ਛਕ ਕੇ ਜਾਈਏ ਸਾਰੇ ਜਾਣੇ, ਆਪਣੀ ਜ਼ਿੰਦਗੀਆਂ ਸਾਹਿਬਜ਼ਾਦਿਆਂ ਨੂੰ ਖੁਸ਼ ਕਰੋ ਵੀਰੋ। ਸਾਹਿਬਜ਼ਾਦੇ ਖੁਸ਼ ਹੋਣ ਤੁਹਾਨੂੰ ਦੇਖ ਕੇ ਵੀ ਸਾਡੇ ਬੱਚੇ ਆ ਗਏ, ਅੰਮ੍ਰਿਤ ਛਕਿਆ ਹੋਇਆ ਸਾਰਿਆਂ ਨੇ। ਧੰਨਵਾਦ ਜੀ। ਭਾਵੁਕ ਹੋਇਆ ਮੈਂ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ, ਮੈਨੂੰ ਮਾਫ਼ ਕਰ ਦਿਓ। ਬਸ ਰੱਬ ਦਾ ਵਾਸਤਾ ਅੰਮ੍ਰਿਤ ਛਕੋ। ਇੱਥੇ ਕੋਈ ਨਹੀਂ ਕਿਸੇ ਦਾ ਹੈਗਾ, ਕੋਈ ਨਹੀਂ ਤੁਹਾਡੇ ਨਾਲ ਜਾਣਾ ਕਿਸੇ ਨੇ ਮਰ ਕੇ। ਗੁਰੂ ਵਾਲੇ ਬਣ ਕੇ ਚੱਲੋ। ਜੇ ਉਹ ਸ਼ਹੀਦ ਨਾ ਹੁੰਦੇ ਸਾਹਿਬਜ਼ਾਦੇ, ਆਪਾਂ ਹੋਣਾ ਨਹੀਂ ਸੀ ਅੱਜ। ਆਪਣੀ ਜ਼ਿੰਦਗੀ ਉਹਨਾਂ ਨਾਲ ਕਰ ਦਿਓ ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।